ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਅੱਜ ਆਪਾਂ ਸਹਿਨਸਾਹ ਬਾਬਾ ਮਹਾਹਰਨਾਮ ਸਿੰਘ ਜੀ ਦੇ ਜੀਵਨ ਕਾਲ ਦੀ ਅਗਲੀ ਸਾਖੀ ਲੈ ਕੇ ਹਾਜ਼ਰ ਹੋਏ ਹਾਂ। ਸੱਚੇ ਸੁੱਚੇ ਪ੍ਰੇਮ ਦੀ ਕਣੀ ਪਰਮਾਤਮਾ ਹਰ ਪ੍ਰਾਣੀ ਅੰਦਰ ਪਾ ਕੇ ਸੰਸਾਰ ਵਿੱਚ ਭੇਜਦਾ ਹੈ, ਪਰ ਫੁੱਟਦੀ ਬਿਰਲੇ ਹਿਰਦੇ ਅੰਦਰ ਹੈ। ਜਿਸ ਸੰਸਾਰ ਅੰਦਰ ਫੁੱਟ ਆਵੇ ਉਸਦਾ ਹਿਰਦਾ ਇੰਨਾ ਸ਼ੁੱਧ ਹੁੰਦਾ ਹੈ, ਉਹ ਕਿਸੇ ਪ੍ਰਤੀ ਨਫ਼ਰਤ, ਮੰਦ ਖਿਆਲੀ ਅਤੇ ਦੁਸ਼ਟ ਭਾਵਨਾ ਉਤਪੰਨ ਨਹੀਂ ਹੁੰਦੀ। ਉਸ ਨੂੰ ਆਪਣੇ ਘਰੇਲੂ ਜੀਵਨ ਦੇ ਦੁੱਖ ਸੁੱਖ ਦੀ ਓਟ ਵੀ ਆਪਣੇ ਪ੍ਰੀਤਮ ਦੀ ਖੁਸ਼ੀ ਅੰਦਰ ਹੀ ਹੁੰਦੀ ਹੈ। ਉਹ ਇੱਕ ਖਿਨਮਾਤਰ ਵੀ ਪਿਆਰੇ ਤੋਂ ਪਰੇ ਰਹਿਣਾ ਬਰਦਾਸ਼ਤ ਨਹੀਂ ਕਰਦਾ। ਸਰੀਰਕ ਦੁੱਖ ਵੇਲੇ ਵੈਦ ਹਕੀਮ ਵੀ ਉਹੀ, ਡਾਕਟਰ ਦਵਾ ਉਹੀ, ਜੀਵਨ ਦੀ ਉਹੀ ਤੇ ਦਾਨੀ ਵੀ ਉਹੀ। ਜਗਿਆਸੂ ਦੇ ਮਨ ਦੀ ਭਾਵਨਾ ਬਣ ਜਾਂਦਾ ਹੈ। ਉਸ ਦੇ ਮਨ ਅੰਦਰ ਦਾ ਇੱਕ ਉੱਤਮ ਪਦਾਰਥ ਪੈ ਚੁੱਕਿਆ ਹੁੰਦਾ ਹੈ, ਸੇਵਾ ਦਾ, ਜੋ ਸਭ ਤੋਂ ਸ੍ਰੇਸ਼ਟ ਤਪ ਮੰਨਿਆ ਗਿਆ ਹੈ। ਜਿਵੇਂ ਗੁਰ ਸੇਵਾ ਤਪਾ ਸਿਰ ਤਪਸਾਰ। ਇਕੱਲਵੇ ਤੌਰ ਤੇ ਤਪੱਸਿਆ ਕਰਨ ਵਾਲਾ ਤਾਂ ਹੰਕਾਰੀ ਹੋ ਜਾਂਦਾ ਹੈ। ਪੁਰਾਤਨ ਇਤਿਹਾਸ ਵਿੱਚੋਂ ਜ਼ਿਕਰ ਹੈ ਕਿ ਤਪ ਕਰਨ ਦਾ ਅਧਿਕਾਰ ਵੇਦ ਅਨੁਸਾਰ ਹਰ ਇੱਕ ਵਰਨ ਵਾਲੇ ਨੂੰ ਨਹੀਂ ਹੈ। ਰਮਾਇਣ ਦਾ ਇੱਕ ਪ੍ਰਸੰਗ ਹੈ। ਸ੍ਰੀ ਰਾਮ ਜੀ ਅਯੋਧਿਆ ਦਾ ਰਾਜ ਭਾਗ ਸੰਭਾਲੇ ਹੋਏ ਸੀ। ਅਯੋਧਿਆ ਅੰਦਰ ਇੱਕ ਬ੍ਰਾਹਮਣ ਦਾ ਪੁੱਤਰ ਮਰ ਗਿਆ। ਉਹ ਉਸ ਦੀ ਦੇਹ ਨੂੰ ਚੁੱਕ ਕੇ ਦਰਬਾਰ ਦੇ ਰਾਜ ਭਵਨ ਅੱਗੇ ਰੱਖ ਕੇ ਬਿਰਲਾਪ ਕਰਨ ਲੱਗ ਪਿਆ। ਰਾਮ ਜੀ ਦੇ ਕੰਨੀ ਰੋਣ ਦੀ ਆਵਾਜ਼ ਪਈ ਤਾਂ ਉਹਨਾਂ ਪੁੱਛਿਆ, ਕੌਣ ਰੋ ਰਿਹਾ ਹੈ? ਸੇਵਕਾਂ ਨੇ ਜਵਾਬ ਦਿੱਤਾ, ਮਹਾਰਾਜ, ਇੱਕ ਬ੍ਰਾਹਮਣ ਦਾ ਪੁੱਤਰ ਮਰ ਗਿਆ ਹੈ। ਉਹ ਉਸ ਦੀ ਲਾਸ਼ ਚੁੱਕ ਲਿਆਇਆ ਹੈ ਅਤੇ ਦਰਵਾਜ਼ੇ ਅੱਗੇ ਰੱਖ ਕੇ ਬਿਰਲਾਪ ਕਰ ਰਿਹਾ ਹੈ। ਸ੍ਰੀ ਰਾਮ ਜੀ ਬਾਹਰ ਆਏ। ਬ੍ਰਾਹਮਣ ਨੇ ਉਹਨਾਂ ਨੂੰ ਦੇਖ ਕੇ ਕਿਹਾ, ਰਾਮ ਜੀ, ਤੁਹਾਡੇ ਰਾਜ ਅੰਦਰ ਅਧਰਮ ਹੋ ਰਿਹਾ ਹੈ, ਜਿਸ ਕਰਕੇ ਮੇਰੇ ਪੁੱਤਰ ਦੀ ਬੇਵਕਤ ਮੌਤ ਹੋਈ ਹੈ। ਜੇ ਤੁਸੀਂ ਅਧਰਮ ਕਰਨ ਵਾਲੇ ਨੂੰ ਦੰਡ ਦਿਓ ਤਾਂ ਮੇਰਾ ਪੁੱਤਰ ਜਿਉਂਦਾ ਹੋ ਸਕਦਾ ਹੈ। ਜੇ ਮੇਰਾ ਮਰਿਆ ਪੁੱਤਰ ਜਿਉਂਦਾ ਨਾ ਹੋਇਆ ਤਾਂ ਮੈਂ ਤੁਹਾਡੇ ਦਰ ਅੱਗੇ ਸਰੀਰ ਤਿਆਗ ਦਿਆਂਗਾ। ਲਿਖਿਆ ਹੈ ਕਿ ਰਾਮ ਜੀ ਨੇ ਬ੍ਰਾਹਮਣ ਨੂੰ ਧੀਰਜ ਦਿੱਤਾ ਅਤੇ ਆਪ ਅਧਰਮ ਕਰਨ ਵਾਲੇ ਦੀ ਭਾਲ ਅੰਦਰ ਤੁਰ ਪਏ। ਜਦੋਂ ਤਲਾਸ਼ ਕਰਦੇ ਜੰਗਲ ਵਿੱਚ ਪਹੁੰਚੇ ਤਾਂ ਉੱਥੇ ਇੱਕ ਸੰਬੂਕ ਨਾਮ ਦਾ ਸੁਦਰ ਪੁੱਠਾ ਲਟਕ ਕੇ ਤਪ ਕਰ ਰਿਹਾ ਸੀ, ਪਰ ਉਹ ਉਸ ਵਰਨ ਦਾ ਜਿਸ ਨੂੰ ਤਪ ਕਰਨ ਦਾ ਅਧਿਕਾਰ ਨਹੀਂ ਸੀ। ਰਾਮ ਜੀ ਨੇ ਆਪਣੀ ਤਲਵਾਰ ਕੱਢੀ ਤੇ ਉਸ ਦੇ ਸਿਰ ਕੱਟ ਦਿੱਤਾ। ਸਿਰ ਅੱਡ ਹੁੰਦਿਆਂ ਹੀ ਬ੍ਰਾਹਮਣ ਦਾ ਪੁੱਤਰ ਜੀਵਿਤ ਹੋ ਗਿਆ। ਤਪ ਤੇ ਭਗਤੀ ਵਿੱਚ ਅੰਤਰ ਹੈ, ਕਿਉਂਕਿ ਕਈ ਪਾਠਕ ਸਮਝਣਗੇ ਰਾਮ ਜੀ ਨੇ ਪਿਛਲੇ ਤਪ ਸੁਦਰ ਤਾਂ ਸਿਰ ਕੱਟ ਦਿੱਤਾ, ਪਰ ਭੀਲਣੀ ਦੇ ਸੁਦਰ ਵੀ ਉਸਨੇ ਬੇਰ ਖਾਦੇ ਸਨ। ਭੀਲਣੀ ਵਿੱਚ ਅੰਤਰ ਸੀ, ਉਸਨੇ ਭਗਤੀ ਕੀਤੀ ਸੀ। ਗਿਆਨ ਤੇ ਭਗਤੀ ਵਿੱਚ ਅੰਤਰ ਹੈ। ਇਸ ਵਿਵਾਦ ਵਿੱਚ ਪੈਣ ਦੀ ਲੋੜ ਮਹਿਸੂਸ ਨਾ ਕਰਦੇ ਹੋਏ ਭੀਲਣ ਦੀ ਸਾਖੀ ਪੇਸ਼ ਹੈ। ਇਸ ਦਾ ਅਸਲੀ ਨਾਮ ਸਾਬਰੀ, ਪਰ ਪ੍ਰਸਿੱਧ ਨਾਮ ਭੀਲਣੀ। ਜਦ ਪੇਕਿਆਂ ਅਤੇ ਸਹੁਰਿਆਂ ਵੱਲੋਂ ਨਿਰਾਸ਼ ਹੋ ਕੇ ਆਤਮ ਹੱਤਿਆ ਕਰਨ ਲਈ ਜੰਗਲਾਂ ਵਿੱਚ ਆ ਗਈ, ਉੱਥੇ ਇਸ ਨੂੰ ਮੰਤਕ ਮੁਨੀ ਤੇ ਦਰਸ਼ਨ ਹੋਏ। ਮੁਨੀ ਜੀ ਦੀ ਆਤਮਕ ਦ੍ਰਿਸ਼ਟੀ ਤੇ ਭੀਲਣੀ ਨੂੰ ਭਗਤੀ ਦੇ ਰੂਪ ਵਿੱਚ ਵੇਖਿਆ ਕਿ ਇਸ ਦਾ ਹਿਰਦਾ ਨਿਰਛਲ ਤੇ ਨਿਸ਼ਕਪਟ ਹੈ। ਉਹਨਾਂ ਸਾਬਰੀ ਨੂੰ ਹੁਕਮ ਕੀਤਾ, ਬੇਟੀ, ਭਗਤੀ ਕਰ, ਰਾਮ ਨਾਮ ਜਪਿਆ ਕਰ, ਸੇਵਾ ਹੈ, ਆਸ਼ਰਮ ਵਿੱਚ ਝਾੜੂ ਦਿਆ ਕਰ। ਇੱਥੇ ਨੇੜੇ ਇੱਕ ਝੌਂਪੜੀ ਬਣਾ ਕੇ ਇਸ ਭਗਤੀ ਦਾ ਮਾਰਗ ਅਖਤਿਆਰ ਕਰ ਲਓ। ਇਸ ਅੰਦਰ ਹੀ ਜੀਵਨ ਦਾ ਅਸਲੀ ਮਨੋਰਥ ਹੈ। ਸਾਬਰੀ ਨੇ ਸੇਵਾ ਸਿਮਰਨ ਸ਼ੁਰੂ ਕਰ ਦਿੱਤਾ। ਇੱਕ ਦਿਨ ਮਤੰਗ ਮੁਨੀ ਕਥਾ ਕਰ ਰਹੇ ਸਨ ਤਾਂ ਜ਼ਿਕਰ ਆਇਆ ਕਿ ਰਾਮ ਜੀ ਪਾਪਸਰ ਸਰੋਵਰ ਤੇ ਆਉਣਗੇ। ਇਹ ਸੁਣ ਕੇ ਸਾਬਰੀ ਨੇ ਪੁੱਛਿਆ, ਮਹਾਰਾਜ, ਇਹ ਰਾਮ ਜੀ ਕੌਣ ਹਨ ਅਤੇ ਕਿੱਥੋਂ ਆਉਣਗੇ? ਮਤੰਗ ਮੁਨੀ ਜੀ ਨੇ ਰਾਮ ਜੀ ਬਾਰੇ ਸਾਰੀ ਵਿਆਖਿਆ ਸੁਣਾ ਕੇ ਕਿਹਾ ਕਿ ਰਾਮ ਜੀ ਇੱਥੇ ਹੀ ਆਉਣਗੇ ਅਤੇ ਇਸ ਰਸਤੇ ਤੋਂ ਹੀ ਆਉਣਗੇ। ਮੁਨੀ ਜੀ ਦੇ ਬਚਨ ਸੁਣ ਕੇ ਭੀਲਣੀ ਰਾਮ ਰਾਮ ਜਪਣ ਦੀ ਹਰ ਵੇਲੇ ਬਿਰਤੀ ਬਣਾ ਅਤੇ ਹਰ ਰੋਜ਼ ਉਸ ਰਸਤੇ ਦੀ ਸਫਾਈ ਕਰਨੀ ਜਿਸ ਰਸਤੇ ਮੁਨੀ ਜੀ ਨੇ ਰਾਮ ਜੀ ਦੇ ਆਉਣ ਬਾਰੇ ਦੱਸਿਆ ਸੀ। ਭੇਟਾਂ ਲਈ ਬੇਰੀਆਂ ਤੋਂ ਬੇਰ ਲਿਆ ਕੇ ਰੱਖਣੇ। ਮਤੰਗ ਮੁਨੀ ਜੀ ਸਰੀਰ ਤਿਆਗਣ ਲੱਗੇ ਤਾਂ ਸਾਰੇ ਸੇਵਕ ਕੋਲ ਆ ਗਏ। ਭੀਲਣੀ ਰੋ ਕੇ ਕਹਿਣ ਲੱਗੀ, ਮੈਂ ਕੀ ਕਰਾਂਗੀ ਸੁਆਮੀ ਜੀ,
ਮੇਰਾ ਇੱਥੇ ਕੌਣ ਹੈ? ਤੁਸੀਂ ਦਰਗਾਹ ਨੂੰ ਜਾ ਰਹੇ ਹੋ। ਮੁਨੀ ਜੀ ਨੇ ਦਿਲਾਸਾ ਦਿੰਦੇ ਕਿਹਾ, ਤੇਰਾ ਰਾਮ ਹੈ, ਇੱਥੇ ਸੇਵਾ ਕਰਦੀ ਰਹਿ। ਜਦ ਰਾਮ ਜੀ ਆਉਣਗੇ ਸਭ ਤੋਂ ਪਹਿਲਾਂ ਤੈਨੂੰ ਦਰਸ਼ਨ ਦੇਣਗੇ। ਮਤੰਗ ਮੁਨੀ ਜੀ ਦੇ ਸਰੀਰ ਤਿਆਗਣ ਤੋਂ ਬਾਅਦ ਉਹਨਾਂ ਦੇ ਚੇਲੇ ਭੀਲਣੀ ਨੂੰ ਤੰਗ ਕਰਦੇ ਰਹੇ, ਪਰ ਉਸਨੇ ਰਾਮ ਜੀ ਦੀ ਉਡੀਕ ਅੰਦਰ ਇੱਥੇ ਹੀ ਦੁੱਖ ਤਕਲੀਫਾਂ ਝੱਲੀਆਂ। ਰਾਮ ਜੀ ਆਏ ਤਾਂ ਸਭ ਤੋਂ ਪਹਿਲਾਂ ਭੀਲਣੀ ਦੀ ਝੌਂਪੜੀ ਗਏ। ਭੀਲਣੀ ਦਰਸ਼ਨ ਕਰਕੇ ਖੁਸ਼ੀ ਨਾਲ ਪਾਗਲ ਹੋ ਰਹੀ ਸੀ। ਉਸਨੇ ਪ੍ਰਭੂ ਦੀ ਚਰਨਾਂ ਦੀ ਸੇਵਾ ਕੀਤੀ ਅਤੇ ਬੇਰਾਂ ਦੀ ਭੇਟਾ ਅੱਗੇ ਰੱਖੀ। ਸੇਵਾ ਅਤੇ ਭਗਤੀ ਦੋਨੋਂ ਨਿਰੰਕਾਰ ਪੁਰਸ਼ ਦੀ ਕਰ ਸਕਦਾ ਹੈ। ਸੇਵਾ ਵੀ ਐਸੀ ਜਿੱਤ ਲਾਇਆ ਤਿਤ ਲੱਗ, ਆਪਣੀ ਮਰਜ਼ੀ ਨਹੀਂ। ਸਾਚਾ ਸਾਹਿਬ ਕਿਰਪਾ ਕਰੇ, ਸੋ ਸੇਵਕ ਜਮ ਕੇ ਤੈਸਾ ਕਰੇ। ਸੋ ਇਸ ਤਰ੍ਹਾਂ ਦਾ ਭਗਤੀ ਭਾਵਨਾ ਸਿਦਕ ਭਰੋਸਾ ਰੱਖਣ ਵਾਲਾ ਦਰਜੀ ਸਿੱਖ ਪਰਿਵਾਰ ਬਾਈ ਜੂਣਾ ਸਿੰਘ ਭੁੱਚੋ ਕਲਾਂ ਦਾ ਸੀ। ਇਹਨਾਂ ਦੇ ਘਰ ਮਾਈ ਪ੍ਰਤਾਪ ਕੌਰ ਸੱਚੀ ਸਰਦਾ ਤੇ ਇਕਾਗਰ ਮਨ ਕਰਕੇ ਸੇਵਾ ਕਰਦੀ ਸੀ। ਇੱਕ ਦਿਨ ਮਾਈ ਦਾ ਪੁੱਤਰ ਬਸੰਤ ਸਿੰਘ ਬਿਮਾਰ ਹੋ ਗਿਆ। ਉਮਰ 5 ਕੁ ਸਾਲ ਦੀ ਹੋਣ ਕਰਕੇ ਖਸਰੇ ਦੀ ਬਿਮਾਰੀ ਨਾਲ ਪੀੜਤ ਸੀ। ਬੱਚਾ ਬਿਲਕੁਲ ਹੀ ਬੇਹੋਸ਼ ਹੋ ਗਿਆ। ਮਾਈ ਉਸ ਦੇ ਕੋਲ ਬੈਠੀ ਰਹੀ, ਸੇਵਾ ਕਰਨ ਨਾ ਜਾ ਸਕੀ। ਦੁਪਹਿਰ ਦਾ ਸਮਾਂ ਹੋ ਗਿਆ। ਹਜੂਰ ਬਾਬਾ ਜੀ ਮਹਾਰਾਜ ਨੇ ਨੀਲਾ ਸਿੰਘ ਨੂੰ ਆਵਾਜ਼ ਦੇ ਕੇ ਬੁਲਾਇਆ ਅਤੇ ਹੁਕਮ ਦਿੱਤਾ, ਮਾਈ ਨੂੰ ਲੈ ਕੇ ਆਓ, ਅੱਜ ਸੇਵਾ ਵਿੱਚ ਨਹੀਂ ਆਈ। ਉਸ ਨੂੰ ਕਹਿਣਾ ਕਿ ਨਾਲ ਇੱਕ ਘੜਾ ਪਾਣੀ ਦਾ ਭਰ ਕੇ ਲਿਆਵੇ। ਨੀਲਾ ਸਿੰਘ ਸਤ ਬਚਨ ਕਹਿ ਕੇ ਤੁਰ ਪਿਆ। ਮਾਈ ਦੇ ਘਰ ਪਹੁੰਚ ਕੇ ਉਸ ਨੂੰ ਬਾਬਾ ਜੀ ਦਾ ਬਚਨ ਸੁਣਾ ਦਿੱਤਾ। ਮਾਈ ਨੇ ਸੋਚਿਆ ਕਿ ਬੱਚਾ ਵੀ ਸਾਹਾਂ ਤੇ ਹੈ, ਪਰ ਬਚਨ ਵੀ ਨਹੀਂ ਮੋੜਨਾ। ਪਰ ਉਸ ਸਿਦਕ ਦੀ ਪੱਕੀ ਮਾਈ ਨੇ ਘੜਾ ਪਾਣੀ ਦਾ ਭਰ ਕੇ ਸਿਰ ਉੱਪਰ ਰੱਖ ਲਿਆ ਤੇ ਨੀਲਾ ਸਿੰਘ ਨਾਲ ਜਾ ਤੁਰੀ। ਮਾਈ ਦਾ ਚਾਚਾ ਜੋ ਇਹਨਾਂ ਕੋਲ ਰਹਿੰਦਾ ਸੀ ਕਹਿਣ ਲੱਗਾ, ਬੀਬੀ ਤੁਰ ਚੱਲੀਏ, ਇਹ ਬੱਚੇ ਦਾ ਕੀ ਹਾਲਤ ਹੈ? ਮਾਈ ਨੇ ਉੱਤਰ ਦਿੱਤਾ, ਸੇਵਾ ਨਹੀਂ ਛੱਡਣੀ, ਅੱਗੇ ਜੋ ਪਰਮੇਸ਼ਰ ਨੂੰ ਮਨਜ਼ੂਰ ਹੋ ਜਾਊਗਾ। ਮਾਈ ਹਜੂਰ ਦੇ ਚਰਨਾਂ ਵਿੱਚ ਪਹੁੰਚ ਗਈ। ਹਜੂਰ ਨੇ ਬਚਨ ਕੀਤਾ, ਬੀਬੀ ਘੜਾ ਆਪ ਹੀ ਲਾ ਲਿਆ। ਫਿਰ ਨੀਲਾ ਸਿੰਘ ਨੂੰ ਹੁਕਮ ਹੋਇਆ, ਮਾਈ ਦੇ ਘੜੇ ਦੀ ਸਰਾਹ ਕਰੋ। ਨੀਲਾ ਸਿੰਘ ਬੜਾ ਸਿਆਣਾ ਸੀ, ਹੁਕਮ ਅਨੁਸਾਰ ਸਰਾਹ ਕੀਤੀ ਤਾਂ ਮਹਾਰਾਜ ਬਾਬਾ ਜੀ ਨੇ ਬਚਨ ਕੀਤਾ, ਸੁੱਧ ਹੈ। ਮਾਈ ਨੂੰ ਹੁਕਮ ਹੋਇਆ, ਝਾੜੂ ਆਦਿ ਦੀ ਸੇਵਾ ਕਰੋ। ਇਸ ਸੇਵਾ ਉਪਰੰਤ ਹਜੂਰ ਨੇ ਚਰਨਾਂ ਨੂੰ ਘੁੱਟਣ ਦੀ ਸੇਵਾ ਦਿੱਤੀ। ਬਾਬਾ ਜੀ ਮਹਾਰਾਜ ਸਮਾਧੀ ਵਿੱਚ ਹੋ ਗਏ। ਮਾਈ ਉਡੀਕਦੀ ਸੀ ਛੇਤੀ ਛੁੱਟੀ ਮਿਲੇ, ਪਰ ਆਪ ਨੇ ਸਮਾਧੀ ਨਾ ਖੋਲੀ। ਤਰਕਾਲਾਂ ਪੈ ਗਈਆਂ। ਜਦ ਹਜੂਰ ਨੇ ਸਮਾਧੀ ਖੋਲੀ ਤਾਂ ਮਾਈ ਦੇ ਚਿਹਰੇ ਵੱਲ ਤੱਕਿਆ ਗਿਆ। ਹਜੂਰ ਦੇ ਮੁਖ ਤੇ ਬਹੁਤ ਤੇਜ਼ ਸੀ। ਨੇਤਰ ਖੋਲੇ ਅਤੇ ਬਚਨ ਕੀਤਾ, ਮਾਈ ਘਰ ਲਾਲ 9x9 ਹੈ। ਨਾਨਾ ਦੋਤਾ ਕੋਡੀਆਂ ਨਾਲ ਖੇਡ ਰਹੇ ਹਨ। ਸਤ ਬਚਨ ਕਹਿ ਕੇ ਮਾਈ ਘਰ ਨੂੰ ਤੁਰ ਪਈ। ਜਦ ਘਰ ਆਈ ਤਾਂ ਕੀ ਵੇਖਦੀ ਹੈ ਕਿ ਨਾਨਾ ਦੋਤਾ ਕੋਡੀਆਂ ਖੇਡ ਰਹੇ ਹਨ। ਮਾਈ ਦਾ ਮਨ ਖੁਸ਼ੀ ਵਿੱਚ ਧੰਨ ਬਾਬਾ ਜੀ, ਧੰਨ ਬਾਬਾ ਜੀ ਗਾ ਦਿੱਤਾ। ਮਾਈ ਦੇ ਚਾਚੇ ਨੇ ਕਿਹਾ ਕਿ ਬੀਬੀ ਜਿਸ ਸਮੇਂ ਤੂੰ ਘਰੋਂ ਗਈ, ਮੁੰਡਾ ਉਸੋ ਸਮੇਂ ਤੋਂ ਹੀ ਠੀਕ ਹੋਣਾ ਸ਼ੁਰੂ ਹੋ ਗਿਆ ਸੀ। ਫਿਰ ਮੈਂ ਪਤਾਸੇ ਘੋਲ ਕੇ ਪਿਲਾਏ। ਮਾਈ ਨੇ ਫਿਰ ਸੇਵਾ ਹੋਰ ਵੀ ਸਰਦਾ ਨਾਲ ਕਰਨੀ ਸ਼ੁਰੂ ਕਰ ਦਿੱਤੀ। ਇੱਕ ਦਿਨ ਮਾਈ ਨੇ ਬੇਨਤੀ ਕੀਤੀ, ਮਹਾਰਾਜ ਸਾਡੇ ਵਿਹੜੇ ਵਿੱਚੋਂ ਬਿਨਾਂ ਹਵਾ ਤੋਂ ਮਿੱਟੀ ਉੱਡਦੀ ਹੈ। ਬਾਬਾ ਜੀ ਨੇ ਬਚਨ ਕੀਤਾ, ਇਹ 2 ਰੁਪਏ ਲੈ ਜਾਓ, ਘਰ ਵਿੱਚ ਦੱਬ ਦੇਣੇ, ਕੋਈ ਵਿਘਨ ਨਹੀਂ ਪਵੇਗੀ। ਸੋ ਹੁਣ ਇਹ ਪਰਿਵਾਰ ਹਜੂਰ ਦੀਆਂ ਬਰਕਤਾਂ ਸਦਕਾ ਬਹੁਤੀਆਂ ਚੜ੍ਹਦੀ ਕਲਾ ਵਿੱਚ ਹੈ। ਇਸ ਪਰਿਵਾਰ ਦੇ 3 ਡਾਕਟਰ, MA, PhD, BA, ਇੱਕ ਖੇਤੀਬਾੜੀ ਅਫਸਰ, ਇੱਕ ASI ਅਫਸਰ ਤੇ ਇੱਕ ਡਾਕਟਰ ਕਰਨਲ ਮਹਿੰਦਰ ਸਿੰਘ ਮਿਲਟਰੀ ਦੀ ਸੇਵਾ ਕਰ ਰਹੇ ਹਨ। ਕਿਸੇ ਪਦਾਰਥ ਦੀ ਕੋਈ ਕਮੀ ਨਹੀਂ। ਹੁਣ ਵੀ ਡੇਰੇ ਅੰਦਰ ਮਾਈ ਗੁਰਦਿਆਲ ਕੌਰ ਇਸ ਪਰਿਵਾਰ ਦੇ ਹਰ ਵੇਲੇ ਸੇਵਾ ਵਿੱਚ ਤਤਪਰ ਰਹਿੰਦੀ ਹੈ। ਅੱਜ ਦੀ ਸੇਵਾ ਪ੍ਰਵਾਨ ਕਰਨੀ। ਅਗਲੀ ਸਾਖੀ ਅਗਲੇ ਭਾਗ 'ਚ ਲੈ ਕੇ ਹਾਜ਼ਰ ਹੋਵਾਂਗੇ। ਵੀਡੀਓ ਨੂੰ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।